ਦੁਨੀਆ 'ਚ ਪੰਜਾਬੀ ਸਮਝਣ ਵਾਲੇ ਜਿੱਥੇ ਜਿੱਥੇ ਵੀ ਹੈ ਨੇ ਉਹਨਾਂ ਲਈ ਗੁੱਡ ਮਾਰਨਿੰਗ, ਨਮਸਤੇ, ਸਤਿ ਸ੍ਰੀ ਅਕਾਲ ਤੇ ਅਸਲਾਮ ਵਾਲੇਕਮ। ਅੱਜ ਦੀਆਂ ਪਾਕਿਸਤਾਨ ਦੀਆਂ ਖਬਰਾਂ 'ਤੇ ਥੋੜ੍ਹੀ ਜਿਹੀ ਨਜ਼ਰ ਪਾਉਂਦੇ ਹਾਂ। ਸਭ ਤੋਂ ਵੱਡੀ ਖਬਰ ਤੇ ਪਾਕਿਸਤਾਨ 'ਚ ਜਿਸ ਤਰ੍ਹਾਂ ਇਸਲਾਹਤ ਹੋ ਰਹੀਆਂ ਨੇ, ਇੰਤਖਾਬੀ ਇਸਲਾਹਤ, ਇਲੈਕਸ਼ਨ ਦੀ ਇਸਲਾਹਤ, ਉਹ ਸਭ ਤੋਂ ਵੱਡੀ ਖਬਰ ਹੈ। ਉਸ ਤੋਂ ਛੋਟੀ ਖਬਰ ਹੈ ਸ਼ਹਿਬਾਜ਼ ਸ਼ਰੀਫ ਦੀ। ਉਹਨਾਂ ਨੇ DI ਖਾਨ 'ਚ ਇੱਕ ਤਕਰੀਬ ਨਾਲ ਖਿਤਾਬ ਕੀਤਾ। ਉੱਥੇ ਮੌਲਾਨਾ ਫਜ਼ਲੁਰ ਰਹਿਮਾਨ ਵੀ ਹੈ ਸੀ, ਹੋਰ ਵੀ ਬੜੇ ਲੋਕ ਹੈ ਸੀ। ਸ਼ਹਿਬਾਜ਼ ਸ਼ਰੀਫ ਨੇ ਉੱਥੇ ਦੱਸਿਆ ਕਿ ਉਹਨਾਂ ਨੂੰ ਕੀ ਮੁਸ਼ਕਲਾਤ। ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਸਭ ਤੋਂ ਵੱਡੀ ਖਬਰ ਤੇ ਉਹ ਹੈ ਜਿਹੜੀ ਇੰਤਖਾਬੀ ਇਸਲਾਹਤ। ਦੂਸਰੀ ਵੱਡੀ ਖਬਰ ਹੈ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਹੈ। ਉਹਨਾਂ ਨੇ ਉੱਥੇ ਕੀ ਕਿਹਾ? ਉਹਨਾਂ ਨੇ ਕਿਹਾ ਕਿ ਅਸੀਂ ਬੜਾ ਹੀ ਔਖਾ ਵੇਲਾ ਦੇਖਿਆ। ਇਸ ਤਕਰੀਬ ਨਾਲ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਨੇ ਵੀ ਖਿਤਾਬ ਕੀਤਾ ਔਰ ਫਿਰ ਹੋਰ ਲੋਕਾਂ ਨੇ ਵੀ ਖਿਤਾਬ ਕੀਤਾ। ਇਹ ਤਕਰੀਬ ਬੜੀ ਦਿਲਚਸਪ ਹੈ ਸੀ। ਸਭ ਤੋਂ ਪਹਿਲੇ ਦੇਖਦੇ ਹਾਂ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕੀ ਕਿਹਾ। ਗਰਦਿਸ਼ੀ ਕਰਜ਼ੇ ਜਿਹੜੇ ਵਧੇ ਆ ਉਹਨਾਂ ਦੀ ਜ਼ਿੰਮੇਦਾਰ ਮੇਰੀ ਹੁਕੂਮਤ ਵੀ ਹੈ। ਸ਼ਹਿਬਾਜ਼ ਸ਼ਰੀਫ ਸਾਹਿਬ ਕਹਿ ਰਹੇ ਆ ਕਿ ਜਿਹੜੇ ਗਰਦਿਸ਼ੀ ਕਰਜ਼ੇ ਵੱਧ ਗਏ ਉਹਦੀ ਜ਼ਿੰਮੇਦਾਰ ਪਿਛਲੀ ਹੁਕੂਮਤ ਤਾਂ ਹੈ ਹੀ, ਅਸੀਂ ਵੀ ਉਹਦੇ ਜ਼ਿੰਮੇਦਾਰ ਹਾਂ। ਇਹ ਪਹਿਲੀ ਦਫਾ ਉਹਨਾਂ ਨੇ ਜ਼ਿੰਮੇਦਾਰੀ ਕਬੂਲ ਕੀਤੀ। ਨਹੀਂ ਤਾਂ ਜੋ ਵੀ ਮਾੜਾ ਕੰਮ ਹੁੰਦਾ ਸੀ, ਜਿਹੜੀ ਵੀ ਮੁਸ਼ਕਲ ਸਾਹਮਣੇ ਆਉਂਦੀ ਸੀ, ਔਖਾ ਵੇਲਾ ਸਾਹਮਣੇ ਆਉਂਦਾ ਸੀ, ਫਟੋਫਟ ਕਹਿ ਦਿੰਦੀ ਸੀ ਇਹ ਹੁਕੂਮਤ। ਸ਼ਹਿਬਾਜ਼ ਸ਼ਰੀਫ ਸਾਹਿਬ ਵੀ ਤੇ ਇਹਨਾਂ ਦੇ ਦੂਸਰੇ ਵਜ਼ੀਰ ਵੀ, ਇਹ ਤਾਂ ਇਮਰਾਨ ਖਾਨ ਦਾ ਕੀਤਾ ਧਰਿਆ ਹੋਇਆ ਹੈ ਜਿਹੜਾ ਸਾਨੂੰ ਭੁਗਤਣਾ ਪੈਂਦਾ। ਲੇਕਿਨ ਪਹਿਲੀ ਦਫਾ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਹਿ ਦਿੱਤਾ ਕਿ ਜਿਹੜੇ ਗਰਦਿਸ਼ੀ ਕਰਜ਼ੇ ਆ ਜਿਹੜੇ ਵੱਧ ਰਹੇ ਆ ਉਹਦੇ ਜ਼ਿੰਮੇਦਾਰ ਅਸੀਂ ਵੀ ਹਾਂ। ਨਾਲ ਫਿਰ ਉਹਨਾਂ ਨੇ ਕਿਹਾ ਕਿ ਡਿਫਾਲਟ ਤੋਂ ਮੁਲਕ ਨੂੰ ਬਚਾਉਣ ਲਈ ਸਾਨੂੰ ਬਹੁਤ ਕੁਛ ਕਰਨਾ ਪਿਆ, ਬੜੇ ਪਾਪੜ ਬੇਲਣੇ ਪਏ। ਜਿਸ ਤਰ੍ਹਾਂ ਅਸੀਂ IMF ਦੇ ਕੋਲ ਗਏ ਹਾਂ, ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਏ ਸੀਗੇ ਮੁਲਕ ਬਚਾਉਣ ਲਈ। ਮੁਲਕ ਦਾ ਤਾਂ ਬੇੜਾ ਹੀ ਗਰਕ ਹੋ ਚੁੱਕਿਆ ਸੀ। ਜਿੰਨਾ ਅਸੀਂ ਸੁਣਿਆ ਸੀ ਉਸ ਤੋਂ ਕਿਧਰੇ ਜ਼ਿਆਦਾ ਮੁਲਕ ਦਾ ਬੇੜਾ ਗਰਕ ਹੋ ਚੁੱਕਿਆ ਸੀ। ਲੇਕਿਨ ਹੋਇਆ ਕਿ ਟਿੰਡ ਕਰਾਉਂਦਿਆਂ ਹੀ ਗਲੇ ਪੈ ਗਏ। ਸਾਨੂੰ ਬੜੀ ਮੁਸ਼ਕਲਾਤ ਆ। ਹੋਰ ਵੀ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਿਹਾ ਬਿਜਲੀ ਫਿਰ 7-8 ਰੁਪਏ ਮਹਿੰਗੀ ਕਰ ਦਿੱਤੀ। ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਬਿਜਲੀ ਮਹਿੰਗੀ ਕਰਨ ਤੋਂ ਇਲਾਵਾ ਕੋਈ ਚਾਰਾ ਹੀ ਨਹੀਂ ਸੀ, ਇਸ ਤੋਂ ਇਲਾਵਾ ਸਾਡੀ ਜਾਨ ਹੀ ਨਹੀਂ ਸੀ ਛੁੱਟਣੀ। ਬਿਜਲੀ ਮਹਿੰਗੀ ਕਰਨਾ ਬਹੁਤ ਹੀ ਜ਼ਰੂਰੀ ਸੀ। ਨਾਲ ਉਹਨਾਂ ਨੇ ਕਿਹਾ ਕਿ ਹਰ ਸਾਲ 450 ਅਰਬ ਰੁਪਏ ਜਿਹੜਾ ਉਹ ਡੁੱਬ ਜਾਂਦਾ ਬਿਜਲੀ ਚੋਰੀ ਦੀ ਵਜ੍ਹਾ ਤੋਂ, ਜਾਂ ਫਿਰ ਜਿਹੜਾ ਤਰਸੀਲ ਦਾ ਸਿਸਟਮ ਹੈ, ਜਿਸ ਤਰ੍ਹਾਂ ਖੰਭੇ ਲੱਗੇ ਹੋਏ, ਪੁਰਾਣੀਆਂ ਤਾਰਾਂ ਲੱਗੀਆਂ ਹੋਈਆਂ, ਉਹਨਾਂ ਦੀ ਵਜ੍ਹਾ ਨਾਲ 4.5 ਅਰਬ ਰੁਪਏ ਦਾ ਨੁਕਸਾਨ ਹੁੰਦਾ ਹਰ ਸਾਲ। ਐਸੇ ਮੌਕੇ 'ਤੇ ਖੁਰਮ ਦਸਤਗੀਰ ਜਿਹੜਾ ਇਹਨਾਂ ਦਾ ਹੀ ਵਜ਼ੀਰ ਆ, ਉਹਨੇ ਖੜੇ ਹੋ ਕੇ ਕਿਹਾ ਮੀਆਂ ਸਾਹਿਬ ਇਹ ਝੂਠ ਆ, ਇੰਨਾ ਵੀ ਨੁਕਸਾਨ ਨਹੀਂ ਹੁੰਦਾ। ਇਹ ਕਿਸ ਤਰ੍ਹਾਂ ਜ਼ਰੂਰਤ ਆ ਗਈ ਖੁਰਮ ਦਸਤਗੀਰ ਦੀ ਕਿ ਸ਼ਹਿਬਾਜ਼ ਸ਼ਰੀਫ ਦੇ ਸਾਹਮਣੇ ਕਹੇ ਕਿ ਮੀਆਂ ਸਾਹਿਬ ਤੁਸੀਂ ਇਹ ਗਲਤ ਕਿਹਾ। ਅਖਬਾਰਾਂ 'ਚ ਹੀ ਛਪਿਆ, ਬਿਲਕੁਲ ਇਹ ਛਪਿਆ। ਜ਼ਰੂਰਤ ਹੋ ਸਕਦਾ ਕਿ ਇਸ ਲਈ ਹੋ ਗਈ ਹੋਵੇ। ਉਸ ਤੋਂ ਪਹਿਲੇ ਸ਼ਹਿਬਾਜ਼ ਸ਼ਰੀਫ ਤਕਰੀਰ ਕਰ ਰਹੇ ਸੀ, ਖੁਰਮ ਦਸਤਗੀਰ ਇੱਧਰ ਉੱਧਰ ਦੇਖ ਰਿਹਾ ਸੀ। ਉਹਨਾਂ ਨੇ ਇੱਕ ਵਾਰੀ ਕਿਹਾ, 2 ਵਾਰੀ ਕਿਹਾ, ਤੀਸਰੀ ਵਾਰੀ ਉਹਨਾਂ ਨੇ ਕਿਹਾ ਖੁਰਮ ਮੇਰੀ ਗੱਲ ਨਹੀਂ ਸੁਣਦਾ ਤੂੰ। ਤਾਂ ਫਿਰ ਖੁਰਮ ਨੂੰ ਹੋ ਸਕਦਾ ਖੁਰਮ ਦਸਤਗੀਰ ਨੂੰ ਇਹ ਗੁੱਸਾ ਹੋਵੇ ਕਿ ਉਹਨੇ ਫਿਰ ਸ਼ਹਿਬਾਜ਼ ਸ਼ਰੀਫ ਨੇ ਕਿਹਾ ਨਹੀਂ ਮੀਆਂ ਸਾਹਿਬ ਤੁਸੀਂ ਕਹਿੰਦੇ ਬੜਾ ਨੁਕਸਾਨ ਹੁੰਦਾ ਨੁਕਸਾਨ, ਲੇਕਿਨ ਇੰਨਾ ਵੀ ਨਹੀਂ ਜਿੰਨਾ ਤੁਸੀਂ ਕਹਿ ਦਿੱਤਾ। ਇੱਕ ਵਜ਼ੀਰ ਦਾ ਵਜ਼ੀਰਾਂ ਦੇ ਮੂੰਹ 'ਤੇ ਉਹਨੂੰ ਝੂਠਾ ਕਹਿ ਦੇਣਾ, ਦੇਖੀਏ ਇਹਦਾ ਹੁਣ ਫਿਰ ਕੀ ਹਾਲਤ ਹੁੰਦੀ ਹੈ। ਲੇਕਿਨ ਜਾਣ ਵਾਲੇ ਦੋਵੇਂ ਹੀ ਆ, ਨਾ ਸਿਰਫ ਦੋਵੇਂ ਜਾਣ ਵਾਲੇ ਆ ਬਲਕਿ ਬਾਕੀ ਵੀ ਕਈ ਜਾਣ ਵਾਲੇ। ਹੁਣ ਆ ਜਾਣੇ ਜਿਹੜੀ ਸਭ ਤੋਂ ਵੱਡੀ ਖਬਰ ਆ, ਉਹ ਵੀ ਪਾਰਲੀਮੈਂਟ ਦੇ ਵਿੱਚ ਇੱਕ ਇੰਤਖਾਬੀ ਇਸਲਾਹਾਤ ਦਾ ਬਿੱਲ ਇਹਨਾਂ ਨੇ ਪੇਸ਼ ਕੀਤਾ। ਮੁਸ਼ਤਰਕਾ ਇਜਲਾਸ ਬੁਲਾਇਆ ਗਿਆ ਜਿੱਥੇ ਪੀਪਲਜ਼ ਪਾਰਟੀ ਵਾਲੇ ਔਖੇ ਹੋ ਗਏ। PTI ਵਾਲਿਆਂ ਨੇ ਤਾਂ ਔਖਾ ਹੋਣਾ ਹੀ ਸੀ, ਉਹਨਾਂ ਦੇ ਥੋੜ੍ਹੇ ਜਿਹੇ ਲੋਕ, ਕੋਈ ਜ਼ਨਾਨੀਆਂ ਕੋਈ ਬੰਦੇ, ਲੇਕਿਨ ਉੱਥੇ ਸਭ ਤੋਂ ਜ਼ਿਆਦਾ ਮੁਸਲਿਮ ਲੀਗ ਨੂਨ ਦੇ ਲੋਕ ਆ। ਉਸ ਤੋਂ ਬਾਅਦ ਫਿਰ ਇਤਿਹਾਦੀ ਹੈ। ਇਤਿਹਾਦੀ ਨੇ ਕਿਹਾ ਇਹ ਕੀ ਤਮਾਸ਼ਾ ਭਾਈ, ਮਾਮੇ ਬਣੇ ਹੋ ਤੁਸੀਂ, ਸਾਨੂੰ ਕੋਈ ਦਿਖਾਇਆ ਨਹੀਂ, ਸਾਨੂੰ ਦੱਸਿਆ ਹੀ ਨਹੀਂ, ਤੁਸੀਂ ਤਰਮੀਮ ਕਰਨ ਲੱਗੇ ਹੋ, ਪਹਿਲੇ ਸਾਨੂੰ ਚੀਜ਼ਾਂ ਦਿਖਾਓ। ਉਸ ਤੋਂ ਬਾਅਦ ਫਿਰ ਇਹ ਪੀਪਲਜ਼ ਪਾਰਟੀ ਵਾਲਿਆਂ ਨੇ ਕਿਹਾ, ਮੌਲਾਨਾ ਫਜ਼ਲੁਰ ਰਹਿਮਾਨ ਦੀ ਪਾਰਟੀ ਨੇ ਵੀ ਇਹ ਕਿਹਾ। ਅਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਕੁਛ ਚੀਜ਼ਾਂ ਅੱਜ ਕਰ ਲੈਂਦੇ ਹਾਂ, ਕੁਛ ਕੱਲ੍ਹ ਕਰ ਲਵਾਂਗੇ। ਕੱਲ੍ਹ ਮਤਲਬ ਕਿ ਅੱਜ ਕੁਛ ਨਾ ਕੁਛ ਕਰਨਗੇ। ਔਰ ਫਿਰ ਸਭ ਤੋਂ ਜਿਹੜੀ ਇਹਨਾਂ ਦੇ ਗਲ ਪੈਣ ਵਾਲੀ ਚੀਜ਼ ਆ, ਕੱਲ੍ਹ ਇਹਨਾਂ ਦੇ ਗਲ ਪੈ ਗਈ, ਉਹ ਇਹ ਇਹਨਾਂ ਨੇ ਤਰਮੀਮ ਕੀਤੀ ਹੈ ਕਿ ਵਜ਼ੀਰ ਆਜ਼ਮ ਨਿਗਰਾਨ ਜਿਹੜਾ ਬਣਨਾ ਉਹਦੇ ਇਖਤਿਆਰ ਵਧਾਉਣ ਲੱਗੇ ਆ। ਜਦੋਂ ਨਿਗਰਾਨ ਵਜ਼ੀਰ ਆਜ਼ਮ ਬਣ ਜਾਏਗਾ ਉਹਦੇ ਇਖਤਿਆਰਾਤ ਵੱਧ ਜਾਣਗੇ। ਕਿਉਂ ਵੱਧ ਜਾਣਗੇ? ਪਹਿਲੇ ਵੀ ਇਲੈਕਸ਼ਨ ਹੁੰਦੇ ਰਹੇ, ਪਹਿਲੇ ਵੀ ਨਿਗਰਾਨ ਵਜ਼ੀਰ ਆਜ਼ਮ ਆਉਂਦੇ ਰਹੇ, ਹੁਣ ਇਖਤਿਆਰ ਵਧਾਉਣ ਦੀ ਕਿਹੜੀ ਜ਼ਰੂਰਤ ਹੈ? ਸਿਰਫ ਇਸ ਲਈ ਇਖਤਿਆਰ ਵਧਾਏ ਜਾਂਦੇ। ਜਿਹੜਾ ਆਮ ਅਸੀਂ ਸੁਣਿਆ, ਆਮ ਲੋਕ ਜਿਹੜੀ ਗੱਲ ਕਰਦੇ ਆ ਜੀ ਕਿ ਇਹ ਜਿਹੜਾ ਸੈਟਅਪ ਨਵਾਂ ਆਉਣਾ, ਨਿਗਰਾਨ ਹੁਕੂਮਤ ਆਉਣੀ ਆ, ਉਹਨੂੰ ਕੋਈ 1 ਸਾਲ 2 ਸਾਲ ਦਿੱਤੇ ਜਾਣਗੇ, ਹੋ ਸਕਦਾ 3-4 ਸਾਲ ਦੇ ਦਿੱਤੇ ਜਾਣ ਕਿ ਉਹ ਪਾਕਿਸਤਾਨ ਦੀ ਮੁਈਸ਼ਤ ਨੂੰ ਜ਼ਰਾ ਮਜ਼ਬੂਤ ਕਰ ਦੇਵੇ। ਇਹ ਤਾਂ ਸਾਰੀਆਂ ਗੱਲਾਂ ਆ ਕਿ ਮੁਈਸ਼ਤ ਨੂੰ ਮਜ਼ਬੂਤ ਕਰਨਾ। ਵੈਸੇ ਇਹਨਾਂ ਨੂੰ ਡਰ ਕਿਹਦਾ ਆ? ਹੋ ਸਕਦਾ ਇਮਰਾਨ ਖਾਨ ਦਾ ਡਰ ਹੋਵੇ, ਉਹਦੀ ਵਜ੍ਹਾ ਤੋਂ ਕਹਿੰਦੇ ਹੋਣ ਕਿ ਠੀਕ ਹੈ ਕਿ ਜਦੋਂ ਤੱਕ ਇਮਰਾਨ ਦਾ ਸਤਿਆਨਾਸ਼ ਨਹੀਂ ਹੋ ਜਾਂਦਾ, ਜਦੋਂ ਤੱਕ ਇਮਰਾਨ ਖਾਨ ਨੂੰ ਲੋਕ ਵੋਟ ਦੇਣ ਵਾਲੇ ਮੌਜੂਦ ਹੈ, ਉਦੋਂ ਤੱਕ ਤਾਂ ਚਲੋ ਤੁਸੀਂ ਆਪਣਾ ਵੇਲਾ ਲੰਘਾਓ।
ਕੱਲ ਨੂੰ ਦੇਖ ਲੈਣਾ। ਪਹਿਲੇ ਵੀ ਪੀਪਲ ਪਾਰਟੀ ਔਰ ਨੂਨ ਲੀਗ ਵਾਲੇ ਇੱਕ ਦੂਸਰੇ ਦੇ ਦੁਸ਼ਮਣ ਹੁੰਦੇ ਸੀ। ਜਦੋਂ ਪਤਾ ਚੱਲਿਆ ਕਿ ਮੁਸ਼ਰਫ ਆਪਣੇ ਦੌਰ ਨੂੰ ਵਧਾਉਂਦਾ ਹੀ ਜਾ ਰਿਹਾ ਤਾਂ ਫਿਰ ਦੋਵੇਂ ਪਾਰਟੀਆਂ ਇਕੱਠੀਆਂ ਹੋ ਗਈਆਂ ਸੀ। ਇਸੇ ਤਰ੍ਹਾਂ ਹੀ ਜਦੋਂ ਲੰਬਾ ਸੈਟਅਪ ਆ ਜਾਏਗਾ, ਜਦੋਂ 2-3 ਸਾਲ ਕੋਈ ਹੋਰ ਆ ਜਾਣਗੇ ਤਾਂ ਫਿਰ ਇਹ ਹੀ ਪੀਪਲ ਪਾਰਟੀ ਹੋਣੀ ਆ, ਇਹ ਨੂਨ ਲੀਗ ਹੋਣੀ ਆ, ਇਹ ਹੀ ਤਹਿਰੀਕ ਇਨਸਾਫ ਹੋਣੀ ਆ, ਇਮਰਾਨ ਖਾਨ, ਇਹਨਾਂ ਸਾਰਿਆਂ ਨੇ ਰਲ ਕੇ ਫਿਰ ਕਹਿਣਾ ਕਿ ਇਲੈਕਸ਼ਨ ਕਰਾਓ, ਜਮਹੂਰੀਅਤ ਨੂੰ ਬਹਾਲ ਕਰੋ। ਜਿੱਦਾਂ ਮੀਆਂ ਨਵਾਜ਼ ਸ਼ਰੀਫ ਸਾਹਿਬ ਕਹਿੰਦੇ ਆ ਕਿ ਵੋਟ ਨੂੰ ਇੱਜ਼ਤ ਦਿਓ, ਤਾਂ ਫਿਰ ਵੋਟ ਨੂੰ ਇੱਜ਼ਤ ਦੇਣ ਲਈ ਇਹ ਸਾਰੇ ਇਕੱਠੇ ਹੋ ਜਾਣਗੇ। ਤੇ ਅਗਲੀ ਖਬਰ ਤੇ ਆ ਜਾਂਦੇ ਆ ਕਿ ਦੋ ਬੜੀਆਂ ਖਬਰਾਂ ਤੇ ਗੱਲ ਕਰ ਲਈ, ਲੇਕਿਨ ਅਗਲੀ ਜਿਹੜੀ ਖਬਰ ਆ ਉਹ ਵੀ ਕੋਈ ਛੋਟੀ ਖਬਰ ਨਹੀਂ। 5 ਦਿਨ ਤੱਕ ਇੰਡੀਆ ਨੇ ਕਰਤਾਰਪੁਰ ਦੀ ਰਾਹਦਾਰੀ ਬੰਦ ਰੱਖੀ। ਮਜ਼ਾਰ ਸਾਹਿਬ ਦੇ ਲੋਕ ਆਉਂਦੇ ਸੀ, ਉਹਨਾਂ ਨੂੰ ਨਹੀਂ ਆਉਣ ਦਿੱਤਾ। 5 ਦਿਨਾਂ ਤੋਂ ਬਾਅਦ ਕਿਹਾ ਜੀ ਬਾਰਿਸ਼ ਬਹੁਤ ਜ਼ਿਆਦਾ ਹੋ ਗਈ, 5 ਦਿਨਾਂ ਤੋਂ ਬਾਅਦ ਰਾਹਦਾਰੀ ਖੁੱਲ੍ਹ ਗਈ। ਸਿੱਖ ਉੱਥੇ ਪੂਰੀ ਦੁਨੀਆ ਤੋਂ ਜਿਸ ਤਰ੍ਹਾਂ ਆਉਂਦੇ ਆ, ਜ਼ਿਆਦਾ ਇੰਡੀਆ ਤੋਂ ਆਉਂਦੇ ਆ ਜਾਂ ਇੰਡੀਆ ਦੇ ਥਰੂ ਆਉਂਦੇ, ਉਹਨਾਂ ਨੇ ਕੱਲ੍ਹ ਫਿਰ ਉੱਥੇ ਆ ਕੇ ਸਲਾਮੀਆਂ ਦਿੱਤੀਆਂ। ਉਸੇ ਤਰੀਕੇ ਨਾਲ ਹੀ ਉਹਨਾਂ ਨੇ ਹਾਜ਼ਰੀ ਦਿੱਤੀ, ਉਸੇ ਤਰੀਕੇ ਨਾਲ ਉਹਨਾਂ ਨੇ ਮੱਥਾ ਟੇਕਿਆ। ਬੜੇ ਖੁਸ਼ ਐ ਸੀ ਉੱਥੇ ਆਉਣ ਵਾਲੇ ਸਿੱਖ। ਇਹ ਸਾਡੀ ਤੀਸਰੀ ਖਬਰ ਹੋ ਗਈ। ਉਸ ਤੋਂ ਇਲਾਵਾ ਵੀ ਕਾਫੀ ਖਬਰਾਂ ਸਾਡੇ ਕੋਲ। ਅੱਜ ਮਜੀਦ ਨਿਜ਼ਾਮੀ ਦੀ ਬਰਸੀ ਵੀ ਮਨਾਈ ਜਾ ਰਹੀ ਹੈ। ਉਹ 2014 'ਚ ਇੰਤਕਾਲ ਕਰ ਗਏ ਥੇ। ਮਜੀਦ ਨਿਜ਼ਾਮੀ ਸਾਹਿਬ ਦੀ ਇੱਕ ਸਭ ਤੋਂ ਵੱਡੀ ਖੂਬੀ ਸੀ, ਉਹ ਇਹ ਸੀ, ਮੈਂ 5-6 ਸਾਲ ਉਹਨਾਂ ਦੇ ਨਾਲ ਰਿਹਾ, ਰੋਜ਼ਾਨਾ ਉਹਨਾਂ ਦੇ ਨਾਲ ਮੀਟਿੰਗ ਹੁੰਦੀ ਸੀ। ਉਹ ਹਮੇਸ਼ਾ ਹੀ ਮਜੀਦ ਨਿਜ਼ਾਮੀ ਸਾਹਿਬ ਹਮੇਸ਼ਾ ਹੀ ਪੰਜਾਬੀ ਬੋਲਦੇ ਸੀ। ਜਦੋਂ ਵੀ ਗੱਲ ਕਰਦੇ ਸੀ ਪੰਜਾਬੀ 'ਚ ਗੱਲ ਕਰਦੇ ਸੀ। ਉਹਨਾਂ ਨੂੰ ਉਰਦੂ, ਜ਼ਾਹਿਰ ਹੈ ਐਡੀਟਰ ਸੀ ਉਰਦੂ ਅਖਬਾਰ ਦੇ, ਉਰਦੂ ਉਹਨਾਂ ਨੂੰ ਬਿਲਕੁਲ ਆਉਂਦੀ ਸੀ। ਇਸ ਤਰੀਕੇ ਨਾਲ ਇੰਗਲੈਂਡ ਬੜਾ ਅਰਸਾ ਰਹੇ, ਅੰਗਰੇਜ਼ੀ ਵੀ ਉਹਨਾਂ ਨੂੰ ਆਉਂਦੀ ਸੀ। ਤਾਂ ਅੰਗਰੇਜ਼ੀ ਅਤੇ ਉਰਦੂ ਇਸੇ ਤਰ੍ਹਾਂ ਉਹ ਬੋਲਦੇ ਸੀ ਜਿਸ ਤਰ੍ਹਾਂ ਪੰਜਾਬੀ ਬੋਲਦੇ ਆ, ਲੇਕਿਨ ਉਹਨਾਂ ਦਾ ਆਮ ਜਿਹੜਾ ਜ਼ਿੰਦਗੀ ਦਾ ਤਰੀਕਾਕਾਰ ਸੀ, ਆਮ ਜਿਹੜੀ ਗੁਫ਼ਤਗੂ ਕਰਦੇ ਸੀ, ਸਾਡੇ ਨਾਲ ਕਰਦੇ ਸੀ, ਮਹਿਮਾਨਾਂ ਨਾਲ ਕਰਦੇ ਸੀ, ਜਾਂ ਜਨਰਲ ਜ਼ਿਆਉਲ ਹੱਕ ਨਾਲ ਵੀ ਉਹਨਾਂ ਨੇ ਜਿੰਨੀਆਂ ਮੁਲਾਕਾਤਾਂ ਕੀਤੀਆਂ, ਮਜੀਦ ਨਿਜ਼ਾਮੀ ਸਾਹਿਬ ਉਹਨਾਂ ਨਾਲ ਪੰਜਾਬੀ 'ਚ ਗੱਲ ਕਰਦੇ ਸੀ। ਅੱਜ ਫਿਰ ਇਸ ਲਈ ਮਜੀਦ ਨਿਜ਼ਾਮੀ ਸਾਹਿਬ ਦਾ ਖਸੂਸੀ ਤੌਰ 'ਤੇ ਅਸੀਂ ਜ਼ਿਕਰ ਕਰ ਲਿਆ। ਅਗਲੀ ਖਬਰ ਨਾਲ ਚੱਲਦੇ ਹਾਂ। ਸਾਈਫਰ ਤਹਿਕੀਕਾਤ ਲਈ ਇਮਰਾਨ ਖਾਨ ਨੂੰ FIA ਨੇ ਬੁਲਾਇਆ। ਇਮਰਾਨ ਖਾਨ ਨੇ ਉੱਥੇ ਜਾ ਕੇ ਕੁਝ ਜਵਾਬ ਦਿੱਤੇ। ਇਮਰਾਨ ਖਾਨ ਦੇ ਬਾਰੇ ਜਦੋਂ ਕਿਹਾ ਜਾਂਦਾ ਕਿ ਸਾਈਫਰ ਨੂੰ ਇਹਨਾਂ ਨੇ ਬਿਲਕੁਲ ਗੈਰ ਕਾਨੂੰਨੀ ਤੌਰ 'ਤੇ ਆਪਣੇ ਮਕਸਦਾਂ ਲਈ ਇਸਤੇਮਾਲ ਕੀਤਾ, ਇਮਰਾਨ ਖਾਨ ਨੇ ਉਹਨਾਂ ਨੂੰ ਦੱਸਿਆ FIA ਵਾਲਿਓ ਜ਼ਰਾ ਹੋਸ਼ ਤੋਂ ਕੰਮ ਲਓ, ਜ਼ਰਾ ਅਕਲ ਤੋਂ ਕੰਮ ਲਓ। ਉਹਦਾ ਕੋਡ ਅਸੀਂ ਨਹੀਂ ਖੋਲ੍ਹਿਆ, ਕੋਡ ਅਸੀਂ ਕਿਸੇ ਨੂੰ ਨਹੀਂ ਦੱਸਿਆ। ਉਹਦਾ ਜਿਹੜਾ ਮਫਹੂਮ ਸੀ, ਜੋ ਕੁਛ ਉਸ ਦੌਰ ਦੇ ਸਫੀਰ ਨੇ ਅਸਦ ਮਜੀਦ ਨੂੰ ਉੱਥੋਂ ਭੇਜਿਆ ਸੀ, ਉਹ ਅਸੀਂ ਉਹਦੇ 'ਤੇ ਗੱਲ ਕੀਤੀ ਜਾ। ਦੇਖਦੇ ਹਾਂ ਕਿ ਇਮਰਾਨ ਖਾਨ ਦਾ ਇਸ ਮਾਮਲੇ 'ਚ ਅੱਗੇ ਜਾ ਕੇ ਕੀ ਬਣਦਾ। ਇਮਰਾਨ ਖਾਨ ਜਿਸ ਦਿਨ FIA ਦੇ ਸਾਹਮਣੇ ਪੇਸ਼ ਹੋਏ, ਉਸੇ ਦਿਨ ਹੀ ਇਮਰਾਨ ਖਾਨ 3-4 ਅਦਾਲਤਾਂ 'ਚ ਪੇਸ਼ ਹੋਏ। ਅੱਜ ਵੀ ਉਹਨਾਂ ਦੇ ਕਈ ਅਦਾਲਤਾਂ 'ਚ ਕੇਸ ਆ। ਕਿਸੇ 'ਚ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ, ਕਿਸੇ 'ਚ ਅੱਜ ਮਿਲ ਜਾਂਦੀ, ਕਿਸੇ 'ਚ ਕੱਲ੍ਹ ਮਿਲ ਜਾਂਦੀ ਹੈ। ਕੇਸ ਇਮਰਾਨ ਖਾਨ ਦੇ ਚੱਲ ਰਹੇ ਹੈ, ਉਹ ਤੋਂ ਫਿਰ ਇਲੈਕਸ਼ਨ ਵੀ ਆਉਣ ਵਾਲੇ ਆ। ਅੱਗੇ ਚੱਲਦੇ ਹਾਂ। ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਦੇ ਨਾਲ ਇੱਕ ਤੇ ਅਮਰੀਕਾ ਦੇ ਵਜ਼ੀਰ ਖਾਰਜਾ ਬਲਿੰਕਨ ਨੇ ਗੱਲਬਾਤ ਕੀਤੀ ਤੇ ਉਹਨੇ ਕਿਹਾ ਕਿ ਦਹਿਸ਼ਤਗਰਦੀ ਦੇ ਮਾਮਲੇ 'ਚ ਅਸੀਂ ਪੂਰਾ ਪਾਕਿਸਤਾਨ ਦੇ ਨਾਲ ਤਾਵਨ ਕਰਾਂਗੇ। ਇਹਦੇ ਨਾਲ ਨਾਲ ਬਿਲਾਵਲ ਭੁੱਟੋ ਜ਼ਰਦਾਰੀ ਜਿਹੜਾ ਪਾਕਿਸਤਾਨ ਦਾ ਅੱਜ ਕੱਲ੍ਹ ਵਜ਼ੀਰ ਖਾਰਜਾ, ਉਹਨੇ ਚੀਨ ਦੇ ਨਵੇਂ ਵਜ਼ੀਰ ਖਾਰਜਾ ਨੂੰ ਮੁਬਾਰਕਬਾਦ ਦਿੱਤੀ। ਚੀਨ ਦਾ ਨਵਾਂ ਵਜ਼ੀਰ ਖਾਰਜਾ ਬਣਿਆ ਹੈ ਵਾਂਗ ਈ। ਇਸ ਤੋਂ ਪਹਿਲੇ ਵਜ਼ੀਰ ਖਾਰਜਾ ਸੀ ਚਿਨ ਗਿੰਗ। ਚਿਨ ਗਿੰਗ ਕਿੱਧਰ ਗਏ? 6 ਮਹੀਨੇ ਤੋਂ ਉਹਨਾਂ ਦਾ ਕੋਈ ਪਤਾ ਹੀ ਨਹੀਂ ਕਿ ਉਹ ਕਿੱਥੇ ਆ, ਉਹਨਾਂ ਨਾਲ ਕੀ ਗੁਜ਼ਰੀ, ਉਹਨਾਂ 'ਤੇ ਕੀ ਬੀਤੀ। ਬਹਰਹਾਲ ਉਹ ਚਲੇ ਗਏ। ਨਵਾਂ ਵਜ਼ੀਰ ਖਾਰਜਾ ਚੀਨ ਨੇ ਬਣਾ ਦਿੱਤਾ। ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੇ ਉਹਨੂੰ ਮੁਬਾਰਕਬਾਦ ਦੇ ਦਿੱਤੀ। ਪਾਕਿਸਤਾਨ ਅਤੇ ਚੀਨ ਦੇ ਤਲਕਾਤ ਦੇ ਨਾਲ ਚੰਗੇ ਰਹਿਣਗੇ, ਅੱਛੀ ਗੱਲ ਆ। ਉਧਰ ਅਮਰੀਕਾ ਵੀ ਬਿਲਾਵਲ ਭੁੱਟੋ ਜ਼ਰਦਾਰੀ ਨਾਲ ਬਾਰ-ਬਾਰ ਰਾਬਤੇ ਕਰ ਰਿਹਾ। ਬਿਲਾਵਲ ਭੁੱਟੋ ਜ਼ਰਦਾਰੀ ਵੀ ਬਾਰ-ਬਾਰ ਅਮਰੀਕਾ ਜਾ ਰਹੇ ਆ। ਕੁਝ ਲੋਕ ਕਹਿੰਦੇ ਕਿ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਅਗਲਾ ਪਾਕਿਸਤਾਨ ਦਾ ਵਜ਼ੀਰ ਆਜ਼ਮ ਬਣਾ ਦਿੱਤਾ ਜਾਏਗਾ। ਸੁਮੈਰਾ ਮਲਕ, ਇਹ ਵੀ PTI ਦੀ ਲੀਡਰ ਹੈ ਸੀ, ਇਹਦੀ ਤਰਫੋਂ ਵੀ ਹੁਣ PTI ਨੂੰ ਛੱਡ ਦਿੱਤਾ ਗਿਆ। ਔਰ ਇਹ ਗੰਦੀਆਂ ਗੱਲਾਂ ਦੀ ਆਡੀਓ ਸਾਹਮਣੇ ਆਈ ਸੀ ਇਮਰਾਨ ਖਾਨ ਦੇ ਨਾਲ। ਸੁਮੈਰਾ ਮਲਕ ਦਾ ਨਾਂ ਲਿਆ ਜਾਂਦਾ ਸੀ ਕਿ ਸੁਮੈਰਾ ਮਲਕ ਦੇ ਨਾਲ ਇਮਰਾਨ ਖਾਨ ਦੀ ਗੁਫ਼ਤਗੂ ਹੈ। ਇਮਰਾਨ ਖਾਨ ਨੇ ਇਹਦੀ ਤਰਦੀਦ ਕੀਤੀ, ਨਾ ਹੀ ਸੁਮੈਰਾ ਮਲਕ ਨੇ ਉਹਦੀ ਤਰਦੀਦ ਕੀਤੀ। ਅੱਜ ਉਹਨੇ ਵੀ PTI ਨੂੰ ਉਹਨਾਂ ਲੋਕਾਂ ਤਰ੍ਹਾਂ ਛੱਡ ਦਿੱਤਾ ਜਿਸ ਤਰ੍ਹਾਂ ਬੇਸ਼ੁਮਾਰ ਲੋਕ ਜੇਲ੍ਹ ਜਾ ਕੇ ਛੱਡਦੇ। ਇਹਨਾਂ ਨੇ ਜੇਲ੍ਹ ਜਾਣ ਤੋਂ ਪਹਿਲਾਂ ਹੀ ਛੱਡ ਦਿੱਤਾ। ਚਲੋ ਚੰਗਾ ਕਿ ਇੱਕ ਮੁਸੀਬਤ ਤੋਂ ਜਾਨ ਛੁੱਟੀ, ਕਿ ਇਹਨਾਂ ਨੂੰ ਵੀ ਜੇਲ੍ਹ ਜਾਣਾ ਪੈਂਦਾ। ਜੇਲ੍ਹ ਜਾਣ ਤੋਂ ਬਗੈਰ ਇਹਨਾਂ ਦਾ ਮਾਮਲਾ ਸਿੱਧਾ ਹੋ ਗਿਆ। ਉੱਧਰੋਂ IMF ਨੇ ਜਿਹੜਾ ਪਾਕਿਸਤਾਨ ਨੂੰ ਕਰਜ਼ੇ 'ਤੇ ਕਰਜ਼ਾ ਦਿੰਦਾ ਜਾ ਰਿਹਾ, ਉਹਨੇ ਕਿਹਾ ਕਿ ਪਿਛਲਾ ਜਿਹੜਾ ਹੜ੍ਹ ਆਇਆ ਸੀ, ਸੈਲਾਬ ਆਇਆ ਸੀ, ਉਹਦੇ 'ਚ ਪਾਕਿਸਤਾਨ ਨੂੰ $30 ਅਰਬ ਦਾ ਨੁਕਸਾਨ ਹੋਇਆ ਸੀ। ਤਾਂ ਫਿਰ ਨੁਕਸਾਨ ਕਰੋ ਪੂਰਾ। ਹੁਣ ਜਿਹੜਾ ਕਰਜ਼ਾ ਦਿੱਤਾ ਉਹ ਕਰਜ਼ਾ ਦਿੱਤਾ, ਲੇਕਿਨ ਇਮਦਾਦ ਨਹੀਂ ਦਿੱਤੀ। ਉੱਥੇ ਵੀ ਕਈਆਂ ਮੁਲਕਾਂ ਨੇ ਕਿਹਾ, ਜਨੇਵਾ ਜਦੋਂ ਸ਼ਹਿਬਾਜ਼ ਸ਼ਰੀਫ ਸਾਹਿਬ ਗਏ, ਕਿਸੇ ਨੇ ਕਿਹਾ ਅਸੀਂ $1 ਦਿੰਦੇ ਹਾਂ, ਕਿਸੇ ਨੇ ਕਿਹਾ $2 ਦਿੰਦੇ ਹਾਂ, ਕਿਸੇ ਨੇ ਕਿਹਾ 50 ਕਰੋੜ ਰੁਪਏ ਦਿੰਦੇ ਹਾਂ। ਸਾਰਾ ਮਿਲਾ ਜੁਲਾ ਕੇ ਉਹਨਾਂ ਨੇ ਕਹਿਤਾ ਜੀ ਇਹ ਪਿਆ $14 ਅਰਬ।
ਰੁਪਇਆ ਨਹੀਂ ਬਲਕਿ ਵਾਅਦੇ ਕੀਤੇ ਅਰਬਾਂ ਡਾਲਰਾਂ ਦੇ 14 ਅਰਬ ਡਾਲਰ ਉਹਨਾਂ ਨੇ ਕਿਹਾ ਇਹ ਪਿਆ ਕਿੱਥੇ ਪਿਆ। ਉਹਨਾਂ ਨੇ ਕਿਹਾ ਜੀ ਕਿ ਅਸੀਂ ਦੇਵਾਂਗੇ, ਅੱਜ ਦੇਵਾਂਗੇ, ਕੱਲ੍ਹ ਦੇਵਾਂਗੇ। ਅਜੇ ਤੱਕ ਪਾਕਿਸਤਾਨ ਨੂੰ $1 ਵੀ ਨਹੀਂ ਮਿਲਿਆ। IMF ਨੇ ਕਿਹਾ ਕਿ ਪਾਕਿਸਤਾਨ ਦਾ 30 ਅਰਬ ਡਾਲਰ ਦਾ ਨੁਕਸਾਨ ਹੋਇਆ। ਉਹ ਨੁਕਸਾਨ ਤਾਂ ਆਪਣੀ ਜਗ੍ਹਾ 'ਤੇ ਹੁਣ ਫਿਰ ਇੱਕ ਹੋਰ ਸਰਾਬ ਆਉਣ ਨੂੰ ਫਿਰਦਾ। ਬਾਰਿਸ਼ਾਂ ਸ਼ੁਰੂ ਹੋ ਗਈਆਂ, ਕਿਤੇ ਬਾਰਿਸ਼ਾਂ ਹੁੰਦੀਆਂ, ਕਿਤੇ ਗਲੇ ਪੈਂਦੇ, ਕਿਤੇ ਤੂਫਾਨ ਆਉਂਦੇ ਅਤੇ 15 ਲੋਕ ਇਹਨਾਂ 'ਚ ਮਰ ਗਏ ਔਰ ਕਈ ਪਿੰਡ ਜਿਹੜੇ ਉਹ ਵੀ ਰੁੜ੍ਹਦੇ ਹੋਏ ਨਜ਼ਰ ਆਉਂਦੇ ਆ। ਹੁਕੂਮਤ ਉਹਨਾਂ ਲੋਕਾਂ ਨੂੰ ਬਚਾਉਣ ਲਈ ਆਪਣੀ ਕੋਸ਼ਿਸ਼ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ। ਦੇਖਦੇ ਆਂਗੇ ਕਿੰਨਾ ਨੁਕਸਾਨ ਹੁੰਦਾ। ਅੱਲਾ ਕਰੇ ਕਿ ਕੋਈ ਨੁਕਸਾਨ ਨਾ ਹੋਵੇ, ਕਿਉਂਕਿ ਅਜੇ ਤੱਕ ਪਹਿਲਾ ਨੁਕਸਾਨ 30 ਅਰਬ ਡਾਲਰ ਉਹ ਹੀ ਪੂਰਾ ਨਹੀਂ ਹੋਇਆ। ਉਧਰ ਇਮਰਾਨ ਖਾਨ ਦੀਆਂ 2 ਭੈਣਾਂ ਜਿਨ੍ਹਾਂ ਨੂੰ ਇਸ਼ਤਿਹਾਰੀ ਕਰਾਰ ਦੇਣ ਦੀ ਦਰਖਾਸਤ ਇਸੇ ਹੁਕੂਮਤ ਨੇ ਦਿੱਤੀ ਹੋਈ ਸੀ। ਅਦਾਲਤ ਨੇ ਕਿਹਾ ਕਿ ਕੋਈ ਇਸ਼ਤਿਹਾਰੀ ਕਰਾਰ ਨਹੀਂ ਦੇਣਾ। ਅਦਾਲਤ ਦੀ ਤਰਫੋਂ ਇਹ ਦਰਖਾਸਤ ਮੁਸਤਰਦ ਕਰ ਦਿੱਤੀ ਗਈ। ਗੋਇਆ ਇਮਰਾਨ ਖਾਨ ਦੀਆਂ ਦੋਵੇਂ ਭੈਣਾਂ ਨਾ ਤਾਂ ਮਫਰੂਰ ਆ ਨਾ ਇਸ਼ਤਿਹਾਰੀ ਆ। ਜਿਸ ਤਰ੍ਹਾਂ ਮੀਆਂ ਨਵਾਜ਼ ਸ਼ਰੀਫ ਸਾਹਿਬ ਇਸ਼ਤਿਹਾਰੀ ਵੀ ਸੀ, ਮਫਰੂਰ ਵੀ ਹੈ ਸੀ, ਅਜੇ ਤੱਕ ਵੀ ਉਸੇ ਤਰ੍ਹਾਂ ਹੀ ਆ। ਤੁਸੀਂ ਸੁਣਿਆ ਹੋਗਾ ਕਿ ਕੁਝ ਦਿਨ ਪਹਿਲਾਂ ਸ਼ਹਿਬਾਜ਼ ਸ਼ਰੀਫ ਨੂੰ, ਹਮਜ਼ਾ ਸ਼ਹਿਬਾਜ਼ ਸ਼ਰੀਫ ਨੂੰ, ਸਲਮਾਨ ਸ਼ਹਿਬਾਜ਼ ਸ਼ਰੀਫ ਨੂੰ ਉਹਨਾਂ ਦੇ ਸਾਰੇ ਕਰਜ਼ੇ ਮਾਫ ਕਰ ਦਿੱਤੇ ਗਏ। ਮੀਆਂ ਸ਼ਹਿਬਾਜ਼ ਸ਼ਰੀਫ ਦੀ ਅਹਿਲੀਅਤ ਕੇਸ ਸੀ, ਮਨੀ ਲਾਂਡਰਿੰਗ ਦਾ ਕੇਸ ਸੀ, ਉਹ ਵੀ ਖਤਮ ਹੋ ਗਿਆ। ਲੇਕਿਨ ਉਹਦੇ ਮੀਆਂ ਸ਼ਹਿਬਾਜ਼ ਸ਼ਰੀਫ ਦੀ ਇੱਕ ਧੀ ਨੂੰ ਇਸ਼ਤਿਹਾਰੀ ਕਰਾਰ ਦੇ ਦਿੱਤਾ ਗਿਆ। ਦੇਖਦੇ ਹਾਂ ਕਿ ਉਸ ਕੇਸ ਦਾ ਕੀ ਬਣਦਾ, ਕਦੋਂ ਉਹਨਾਂ ਦੇ ਹੱਕ 'ਚ ਫੈਸਲਾ ਆਉਂਦਾ। ਉਧਰ ਲਾਹੌਰ ਦੇ ਨੇੜੇ ਇੱਕ ਇਲਾਕਾ ਆ ਕੋਟ ਅਬਦੁਲ ਮਾਲਕ, ਉੱਥੇ ਜ਼ਮੀਨ ਦੇ ਝਗੜੇ 'ਤੇ ਇੱਕ ਸੁਸਾਇਟੀ ਦੇ ਦਫ਼ਤਰ ਵਿੱਚ ਫਾਇਰਿੰਗ ਹੋਈ ਅਤੇ 4 ਬੰਦੇ ਥਾਂ 'ਤੇ ਮਾਰ ਦਿੱਤੇ ਗਏ। ਉਧਰ ਇੱਕ ਸਿਵਲ ਜੱਜ ਸਾਹਿਬ ਦੀ ਅਹਿਲੀਆ ਨੇ ਪਿੰਡੀ 'ਚ ਇੱਕ ਲੜਕੀ ਨੂੰ ਨੌਕਰਾਨੀ ਰੱਖਿਆ ਹੋਇਆ ਸੀ, ਉਹਨੂੰ ਮਾਰ ਕੇ ਉਹਦੀ ਮਿੰਜ ਕੱਢ ਦਿੱਤੀ। ਉਹਦੇ ਸਿਰ 'ਤੇ ਇੰਨੇ ਜ਼ਿਆਦਾ ਜ਼ਖਮ ਆਏ ਕਿ ਕਈ ਟਾਂਕੇ ਲਾਉਣੇ ਪਏ ਔਰ ਫੈਸਲ ਵਾਡਾ ਅੱਗੇ ਨੱਠਾ ਗਿਆ। ਉਹਨੇ ਆਪਣੀ ਸਿਆਸਤ ਚਮਕਾਉਣ ਲਈ ਇਸ ਮਾਮਲੇ ਨੂੰ ਉਠਾਇਆ। ਬਹਰਹਾਲ ਇਹ ਮਾਮਲਾ ਕਾਫੀ ਅੱਗੇ ਗਿਆ। ਹੁਣ ਇਹ ਗੱਲਾਂ ਹੋ ਰਹੀਆਂ ਕਿ ਜੱਜ ਸਾਹਿਬ ਦੀ ਤਰਫੋਂ, ਉਹਦੀ ਬੀਵੀ ਦੀ ਤਰਫੋਂ ਉਹਨਾਂ ਲੋਕਾਂ ਨਾਲ ਰਾਬਤਾ ਕੀਤਾ ਗਿਆ, ਉਹਨਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਉਹਨਾਂ ਨੇ ਕਿਹਾ ਨਹੀਂ, ਕੋਈ ਪੈਸੇ ਨਹੀਂ ਲੈਣੇ, ਕਿਉਂਕਿ ਪੈਸੇ ਦੇਣ ਵਾਲਾ ਬੰਦਾ ਤਾਂ ਉਹਨਾਂ ਦੇ ਕੋਲ ਆ ਗਿਆ। ਫੈਸਲ ਵਾਪਡਾ, ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਇਨਸਾਫ ਦੀ ਜ਼ਰੂਰਤ ਹੈ। ਦੇਖਦੇ ਹਾਂ ਕਿ ਉਹਨਾਂ ਨੂੰ ਇਨਸਾਫ ਕਦੋਂ ਮਿਲਦਾ। ਉਧਰ ਬਾਬਾ ਫਰੀਦ ਦੇ ਉਰਸ 'ਤੇ ਬਹਿਸ਼ਤੀ ਦਰਵਾਜ਼ਾ ਖੁੱਲ੍ਹ ਗਿਆ। ਕੱਲ੍ਹ 1.5 ਲੱਖ ਲੋਕਾਂ ਨੇ ਬਹਿਸ਼ਤੀ ਦਰਵਾਜ਼ੇ ਤੋਂ ਗੁਜ਼ਰ ਕੇ ਆਪਣੇ ਆਪ ਨੂੰ ਜੰਨਤ ਦਾ ਹੱਕਦਾਰ ਬਣਾ ਲਿਆ। ਗੁਲਬਰਗ ਲਾਹੌਰ ਦੇ ਵਿੱਚ ਵੀ ਇਹ ਹੋਇਆ ਕਿ ਤੁਰਿਆ ਜਾਂਦਾ ਬੰਦਾ ਸੀ, ਉਹਦੇ ਕੋਲੋਂ 9 ਲੱਖ ਰੁਪਈਆ ਡਾਕੂਆਂ ਨੇ ਖੋਹ ਲਿਆ। 9 ਲੱਖ ਕਿੱਥੇ ਲੈ ਕੇ ਜਾ ਰਿਹਾ ਸੀ? ਤੁਰਿਆ ਜਾਂਦਾ, ਪੈਦਲ ਹੀ ਜਾ ਰਿਹਾ ਸੀ। ਉਧਰ ਰਾਵਲਪਿੰਡੀ 'ਚ ਵੀ ਇੱਕ ਗੈਸ ਧਮਾਕਾ ਹੋਇਆ ਜਿਹਦੇ 2 ਬੰਦੇ ਥਾਂ ਮਰ ਗਏ। ਇਹ ਖਬਰ ਆਈ ਕਿ ਕਸੂਰ ਦੇ ਨੇੜੇ ਕਿਸੇ ਖਾਤੂਨ ਨੂੰ ਧਮਕੀ ਦੇ ਕੇ ਉਹਦੇ ਨਾਲ ਕਿਸੇ ਉਬਾਸ਼ ਨੇ ਜ਼ਿਆਦਤੀ ਕਰ ਦਿੱਤੀ। ਫੈਸਲਾਬਾਦ ਇੱਕ ਨੌਜਵਾਨ ਨੇ ਇਸ ਲਈ ਫਾਂਸੀ ਲੈ ਲਈ ਕਿ ਉਹਦੇ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ। ਇਹ ਅੱਜ ਦੀਆਂ ਪਾਕਿਸਤਾਨ ਦੀਆਂ ਕੁਝ ਖਬਰਾਂ ਤੁਹਾਡੇ ਸਾਹਮਣੇ ਸੀ। ਕੱਲ੍ਹ ਫਿਰ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਾਹਮਣੇ ਇੱਕ ਹੋਰ ਪੰਜਾਬੀ ਇਸੇ ਤਰ੍ਹਾਂ ਖਬਰਾਂ ਪੇਸ਼ ਕੀਤੀਆਂ ਜਾਣ। ਹੁਣ ਫਿਰ ਇਜਾਜ਼ਤ ਦਿਓ, ਰੱਬ ਰਾਖਾ।